ਢਿੱਲ ਦਿੱਤੀ ਜਾ ਰਹੀ ਹੈ ਤੇ ਉਧਰ ਪੰਜਾਬ ਦੇ ਵਿੱਚ ਵੀ ਕਰਫਿਊ ਦੇ ਵਿੱਚ ਵੀ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਮੌਜੂਦ ਨੇ। ਰਾਜਦੀਪ ਜੀ, ਜਿਸ ਤਰੀਕੇ ਦੇ ਨਾਲ ਅਸੀਂ ਸੋਚ ਰਹੇ ਸੀ ਕਿ ਕੀ ਪੰਜਾਬ ਦੇ ਵਿੱਚ ਵੀ ਢਿੱਲ ਦਿੱਤੀ ਜਾਊਗੀ, ਹੁਣ ਸਾਫ਼ ਹੋ ਗਿਆ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ। ਜੀ ਰਣਵੀਰ, ਦੇਖੋ, ਚਾਹੇ ਇਹ ਸਮੇਂ ਦੀ ਜ਼ਰੂਰਤ ਸੀ ਜੀ ਤੇ ਚਾਹੇ ਸਰਕਾਰ ਦੀ ਮਜਬੂਰੀ ਸੀਗੀ। ਜੀ ਮੈਂ ਇਹਨੂੰ ਢਿੱਲ ਨਹੀਂ ਕਹਿ ਸਕਦਾ, ਮੈਂ ਇਹਨੂੰ ਜੀ ਇਹ ਕਹੂੰਗਾ ਵੀ ਇਹ ਇੱਕ ਤਰ੍ਹਾਂ ਦਾ ਸਰਕਾਰ ਵੱਲੋਂ ਇਹ ਸਾਰਾ ਕੰਮਕਾਰ ਖੋਲ ਹੀ ਦਿੱਤਾ ਗਿਆ ਹੈਗਾ। ਜੀ ਦੇਖੋ, ਇੰਡਸਟਰੀ ਜਿਹੜੀ ਆਪਣੇ ਮਿਊਨਿਸਪਲ ਕਾਰਪੋਰੇਸ਼ਨ ਦੀ ਲਿਮਟ ਤੋਂ ਬਾਹਰ ਇੰਡਸਟਰੀ ਆ ਉਹ ਖੋਲ ਦਿੱਤੀ ਗਈ ਹੈ, ਢਾਬੇ ਖੋਲ ਦਿੱਤੇ ਗਏ ਨੇ, ਪੈਂਚਰ ਵਾਲੇ, ਉਹ ਇਸ ਵਿੱਚ ਕਹਿਣਾ ਕਿ ਮਤਲਬ ਦੇਖੋ ਹੁਣ ਹਰ ਕੋਈ ਬੰਦਾ ਬਾਹਰ ਜਾਣ ਦੀ ਪਰਮਿਸ਼ਨ ਤਾਂ ਹੋ ਗਈ ਉਹਨਾਂ ਹਰ ਬੰਦੇ ਕੋਲ। ਕੋਈ ਜੀ ਕਹਿ ਦੇਗਾ ਜੀ ਮੈਂ ਮਿਸਤਰੀ ਕੋਲ ਜਾ ਰਿਹਾ, ਕੋਈ ਕੁਝ ਕਹਿ ਰਿਹਾ। ਮਤਲਬ ਜਿਹੜੀ ਲਾਕਡਾਊਨ ਵਾਲੀ ਗੱਲ ਸੀਗੀ ਜੀ ਉਹ ਮੈਨੂੰ ਇੱਕ ਤਰ੍ਹਾਂ ਦੀ ਖਤਮ ਹੁੰਦੀ ਲੱਗ ਰਹੀ ਹੈ। ਜੀ ਹੁਣ ਲੋਕਾਂ ਦੀ ਜਿਹੜੀ ਸੋਸ਼ਲ ਡਿਸਟੈਂਸ ਦੀ ਗੱਲ ਸੀ, ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਗੱਲ ਸੀ, ਹੂੰ ਉਹ ਮੈਨੂੰ ਲੱਗਦਾ ਵੀ ਹੁਣ ਖੁੱਲ ਜਾਏਗੀ। ਕਿਉਂਕਿ ਸਰਕਾਰ ਦੇ ਉੱਪਰ ਦੋ ਤਰ੍ਹਾਂ ਦਾ ਦਬਾਅ ਸੀਗਾ, ਸਰਕਾਰ ਦੇ ਉੱਪਰ ਆਰਥਿਕਤਾ ਦਾ ਬਹੁਤ ਵੱਡਾ ਦਬਾਅ ਸੀਗਾ, ਜੀ ਕਿਉਂਕਿ ਜੇ ਪੈਸਾ ਆਏਗਾ ਤਾਂ ਹੀ ਚੱਲੇਗੀ। ਬਾਕੀ ਲੋਕਾਂ ਵੱਲੋਂ ਵੀ ਬਹੁਤ ਦਬਾਅ ਆਉਣਾ ਸ਼ੁਰੂ ਹੋ ਗਿਆ ਸੀਗਾ ਜੀ ਵੀ ਸਾਨੂੰ ਮੁਸ਼ਕਲਾਂ ਆ ਰਹੀਆਂ ਨੇ, ਸਾਡੀ ਰੋਟੀ ਰੋਜੀ ਦੀ ਸਾਨੂੰ ਪ੍ਰੋਬਲਮ ਆ ਰਹੀ ਹੈ। ਹੂੰ ਸਰਕਾਰ ਦੋਨੇ ਪਾਸੇ ਦਬਾਅ ਸੀ ਸਰਕਾਰ ਤੋਂ। ਮਤਲਬ ਸਰਕਾਰ ਨੇ ਮੈਂ ਮਜਬੂਰੀ ਦੇ ਵਿੱਚ ਇਹ ਫੈਸਲਾ ਲਿਆ, ਕੀ ਲੱਗਦਾ? ਹਮੇਂ ਇਹਦੀ ਮਜਬੂਰੀ 'ਚ ਹੀ ਫੈਸਲਾ ਲਿਆ ਗਿਆ ਇਹ ਸਾਰਾ ਹੈ। ਜੀ ਮਜਬੂਰੀ ਵੀ ਸੀ ਤੇ ਦਬਾਅ ਵੀ ਸੀਗਾ। ਹੂੰ ਦਬਾਅ ਲੋਕਾਂ ਦਾ ਸੀਗਾ ਜੀ ਤੇ ਮਜਬੂਰੀ ਇਹ ਸੀਗੀ ਵੀ ਜਿਹੜੀ ਆਰਥਿਕਤਾ ਸੂਬੇ ਦੀ ਡੁੱਬਦੀ ਜਾ ਰਹੀ ਸੀਗੀ, ਹੂੰ ਕਿਉਂਕਿ ਫਸਲ ਚੱਕਣੀ ਬਹੁਤ ਜ਼ਰੂਰੀ ਸੀਗੀ। ਹੁਣ ਜੀ ਫਸਲ ਦੇ ਬਹਾਨੇ ਹੀ ਹੁਣ ਸਾਰਾ ਖੁੱਲ ਗਿਆ ਹੈਗਾ। ਹੂੰ ਹੁਣ ਸਰਕਾਰ ਦੀ ਜਿਹੜੀ ਮੈਂ ਜੋ ਸੋਚਦਾ ਵੀ ਜੋ ਸਰਕਾਰ ਕੀ ਹੁਣ ਪਲੈਨਿੰਗ ਇਹ ਕਰ ਰਹੀ ਹੋਏਗੀ ਵੀ ਜਿਸ ਤਰ੍ਹਾਂ ਕੇਸ ਵਧਣਗੇ ਹੁਣ ਜੀ ਉਹਨਾਂ ਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈਗਾ, ਉਹਨਾਂ ਦਾ ਮਤਲਬ ਕਿਸ ਤਰ੍ਹਾਂ ਉਹਨਾਂ ਦਾ ਇਲਾਜ ਕਰਨਾ ਹੈਗਾ, ਜੀ ਕਿਸ ਤਰ੍ਹਾਂ ਉਹਨਾਂ ਦੀ ਦੇਖਭਾਲ ਕਰਨੀ ਹੈ, ਤਾਂ ਜੀ ਕਿਸ ਤਰ੍ਹਾਂ ਮਤਲਬ ਜਿਹੜਾ ਸਾਡਾ ਸਿਹਤ ਅਮਲਾ ਹੈਗਾ ਉਹਨੂੰ ਡੀਲ ਕਰੂਗਾ। ਹੂੰ ਉਹ ਯੋਜਨਾਬੰਦੀ ਸਰਕਾਰ ਮਤਲਬ ਹੁਣ ਕਰੇਗੀ ਦੋਨੇ ਨਾਲ ਦੀ ਚੀਜ਼ਾਂ ਨਾਲ। ਪੈਰਲਲ ਚੱਲਣਗੀਆਂ ਰਾਜਦੀਪ ਜੀ, ਕਿ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ ਕਿ ਕੰਮਕਾਰ ਖੋਲੇ ਜਾਣਗੇ, ਦੂਜੇ ਪਾਸੇ ਜੇਕਰ ਕੇਸ ਆਉਣੇ ਆ ਤਾਂ ਉਹਨਾਂ ਨਾਲ ਵੀ ਨਿਪਟਿਆ ਜਾਊਗਾ। ਦੋਨੇ ਚੀਜ਼ਾਂ ਬਰਾਬਰ ਬਰਾਬਰ ਚੱਲਣਗੀਆਂ ਫਿਰ। ਦੇਖੋ, ਮੈਨੂੰ ਇੱਕ ਚੀਜ਼ ਚੰਗੀ ਲੱਗੀ ਵੀ ਮਨਪ੍ਰੀਤ ਬਾਦਲ ਨੇ ਕਿਹਾ ਵੀ ਅਸੀਂ 88,000 ਕਰੋੜ ਸਾਡੀ ਇਨਕਮ ਆ, ਉਹ 'ਚੋਂ ਅਸੀਂ ਸਾਡਾ 22,000 ਕਰੋੜ ਘੱਟ ਜਾਏਗਾ, ਜੀ ਤਾਂ ਵੀ ਸਾਨੂੰ ਕਾਫੀ ਮਤਲਬ ਰੈਵਨਿਊ ਜਿਹੜਾ ਹੈਗਾ ਸਰਕਾਰ ਕੋਲ ਆਉਣ ਦੀ ਉਮੀਦ ਲੱਗ ਰਹੀ ਹੈ। ਜੋ ਉਹ ਦੱਸ ਰਹੇ ਨੇ, ਕਿਸ ਹਿਸਾਬ ਨਾਲ ਦੱਸ ਰਹੇ ਨੇ, ਹੂੰ ਕਿਵੇਂ ਆਏਗਾ, ਉਹ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੋਏਗੀ। ਜੀ ਪਰ ਜਿਹੜਾ ਆਰਥਿਕਤਾ ਨੂੰ ਪਟੜੀ ਤੇ ਲੈ ਕੇ ਆਉਣ ਲਈ ਮੈਂ ਇਹ ਚੀਜ਼ ਸਮਝਦਾ, ਦੇਖੋ ਸਰਕਾਰਾਂ ਦਾ ਜਿਹੜੀ ਸੂਬੇ ਦੀ ਸਰਕਾਰਾਂ ਉਹਨਾਂ ਕੋਲ ਰੈਵਨਿਊ ਨਹੀਂ ਹੈ, ਜੀ ਉਹ ਤਾਂ ਸਿਰਫ ਕੇਂਦਰ ਵਾਲੇ ਝਾਕ ਸਕਦੀਆਂ ਨੇ। ਹੂੰ ਕੇਂਦਰ ਉਹਨਾਂ ਨੂੰ ਕੀ ਦੇ ਰਿਹਾ ਹੈਗਾ, ਜੀ ਕੇਂਦਰ ਉਹਨਾਂ ਨੂੰ ਤਾਂ ਹੀ ਦਊਗਾ ਜੇ ਉਹਨੂੰ ਕੇਂਦਰ ਕੋਲ ਪੈਸਾ ਹੋਏਗਾ। ਹੂੰ ਹੁਣ ਆਪਾਂ ਇੱਕ ਲਾਕਡਾਊਨ ਨੂੰ ਮੰਨ ਕੇ ਚੱਲੀਏ, ਜੀ ਦੇਖੋ ਜੇ ਅਸੀਂ ਸੋਚੀਏ ਵੀ ਆਪਣੇ ਮਨੁੱਖਤਾ ਦੇ ਪੱਖੋਂ ਅਸੀਂ ਜਾਨਾਂ ਬਚਾਉਣੀਆਂ ਨੇ, ਜੀ ਤਾਂ ਲਾਕਡਾਊਨ ਸਾਡੇ ਲਈ ਲਾਹੇਵੰਦ ਹੋਇਆ ਹੈਗਾ। ਬਿਲਕੁਲ ਪਰ ਜੇ ਹੁਣ ਦੇਸ਼ ਕੋ ਲਾਕਡਾਊਨ ਨੂੰ ਵੀ ਚਲਾਉਣ ਲਈ ਨਾ ਹੂੰ ਪੈਸਾ ਚਾਹੀਦਾ ਨਾ। ਬਿਲਕੁਲ ਤੁਸੀਂ ਰਾਸ਼ਨ ਵੀ ਪ੍ਰੋਵਾਈਡ ਕਰਾਉਣਾ ਹੈਗਾ, ਹੂੰ ਠੀਕ ਹੈ, ਹਰ ਚੀਜ਼ ਦਾ ਤੁਸੀਂ ਤਨਖਾਹ ਵੀ ਦੇਣੀ ਮੁਲਾਜ਼ਮਾਂ ਨੂੰ। ਹੂੰ ਮੈਂ ਇਹ ਸੋਚਦਾ ਲਾਕਡਾਊਨ ਚਲਾਉਣ ਲਈ ਸਰਕਾਰ ਨੂੰ ਪੈਸਾ ਚਾਹੀਦਾ। ਮੇਰੇ ਹਿਸਾਬ ਨਾਲ ਸਰਕਾਰ ਕੋਲ ਪੈਸਾ ਹੀ ਨਹੀਂ ਹੈ। ਜੀ 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 ਇਸ ਮਤਲਬ ਲਈ ਹਰ ਆਰਥਿਕਤਾ ਨੂੰ ਚੀਜ਼ ਬਿਲਕੁਲ ਖੋਲ੍ਹਣਾ, ਸਰਕਾਰ ਦੀ ਜੋ ਜੀ ਗਾਈਡਲਾਈਨਸ ਆਈਆਂ ਸੀ ਗਵਰਨਮੈਂਟ ਆਫ ਇੰਡੀਆ ਦੀਆਂ, ਜੀ ਉਹਦੇ ਹਿਸਾਬ ਨਾਲ ਹੁਣ ਮਤਲਬ ਜੋ ਜਿਹੜੇ ਸੂਬੇ ਨੂੰ ਠੀਕ ਹੈ, ਦਿੱਲੀ ਨੇ ਮਨਾ ਕਰਤਾ ਵੀ ਅਸੀਂ ਨਹੀਂ ਬਿਲਕੁਲ ਖੋਲ੍ਹਣਾ ਹੈਗਾ, ਜੀ 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 ਠੀਕ ਆ। ਉੱਥੇ ਦੀ ਆਰਥਿਕਤਾ ਉਹ ਬਿਹਤਰ ਤਾਂ ਹੈ ਬਾਕੀ ਆਰਥਿਕਤਾ ਸੂਬਿਆਂ ਨਾਲ। ਅੱਛੀ ਹੈਗੀ ਹੈ ਉਹਨਾਂ ਦੀ। ਜੀ ਦੇਖੋ ਆਰਥਿਕ ਉਹਨਾਂ ਦਾ GST ਕਲੈਕਸ਼ਨ ਬਹੁਤ ਜ਼ਿਆਦਾ ਹੈਗੀ ਹੈ। ਜੀ ਬਾਕੀ ਹਰੇਕ ਮੁੱਖ ਮੰਤਰੀ ਦਾ ਆਪਣਾ ਆਪਣਾ ਡਿਸੀਜਨ ਸੀਗਾ। ਪਰ ਜੀ ਪੰਜਾਬ 'ਚ ਮੈਂ ਇਹ ਮੰਨਦਾ ਵੀ ਕਣਕ ਦੀ ਵਾਢੀ ਕਰਕੇ ਹੂੰ ਇੱਕ ਸਰਕਾਰ ਨੂੰ ਇਹ ਲੱਗਣ ਲੱਗ ਗਿਆ ਵੀ ਲੋਕਾਂ 'ਚ ਬਗਾਵਤ ਨਾ ਹੋ ਜੇ, ਜੀ ਇੱਕ ਵਾਰ ਅਸੀਂ ਖੁੱਲ ਕੇ ਦੇਖ ਲਈਏ ਵੀ ਆਪਾਂ ਹੂੰ ਐਜ਼ ਏ ਟ੍ਰਾਇਲ ਕਿਸ ਹੂੰ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਨੇ। ਠੀਕ ਹੈ। ਹੁਣ ਜਿਸ ਤਰੀਕੇ ਦੇ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਤੁਸੀਂ ਵੀ ਦੱਸ ਰਹੇ ਹੋ ਕਿ ਜਿਹੜੀਆਂ ਮੁਰੰਮਤ ਵਾਲੀਆਂ ਦੁਕਾਨਾਂ, ਢਾਬੇ, ਹਾਲਾਂਕਿ ਢਾਬਿਆਂ ਨੂੰ ਕਿਹਾ ਗਿਆ ਕਿ ਉਹ ਸਿਰਫ ਪੈਕ ਕਰਕੇ ਫੂਡ ਵੇਚਣ, ਨਾ ਕਿ ਉੱਥੇ ਬਿਠਾ ਕੇ ਖਾਣਾ ਖਵਾਉਣ। ਜਾਂ ਜਿਵੇਂ ਹੁਣ ਕਿਤਾਬਾਂ ਦੀਆਂ ਦੁਕਾਨਾਂ ਵੀ ਖੁੱਲ ਜਾਣਗੀਆਂ, AC ਮਕੈਨਿਕ ਤੋਂ ਲੈ ਕੇ ਹੋਰ ਬਹੁਤ ਸਾਰੇ ਮਕੈਨਿਕ, ਮਤਲਬ ਸੜਕਾਂ ਤੇ ਤਾਂ ਲੋਕ ਆਉਣਗੇ ਨਾ ਇਸ ਦੇ ਨਾਲ ਬਹੁਤ ਵੱਡੇ ਪੱਧਰ। ਨਹੀਂ, ਹੁਣ ਇਹ ਮੁੱਦਾ ਖਤਮ ਹੋ ਗਿਆ ਵੀ ਕੁਛ ਚੀਜ਼ ਬੰਦ ਹੈ ਜੀ ਤੇ ਉਹ ਹਰ ਬੰਦੇ ਨੇ ਆਉਣਾ ਆ ਕੇ ਕਹਿਣਾ। ਪੁਲਿਸ ਕਿਹਨੂੰ ਪੁੱਛੇਗੀ ਯਾਰ, ਤੂੰ ਪੈਂਚਰਾਂ ਵਾਲਾ ਹੈਗਾ, ਜੀ ਕਿਤਾਬਾਂ ਵਾਲਾ ਹੈਗਾ, ਤੂੰ ਹੂੰ ਹਲਵਾਈ ਹੈ, ਬਿਲਕੁਲ, ਇੰਨਾ ਪੁਲਿਸ ਪੁੱਛ ਨਹੀਂ ਕਿਉਂਕਿ ਹਰ ਸਕਦੀ ਹਰ ਹੈਗੀ, ਹਰ ਚੁਰਾਹੇ ਤੇ ਤਾਂ ਇਸ ਤਰ੍ਹਾਂ ਦੀ ਦੁਕਾਨਾਂ ਨੇ ਜੀ। ਠੀਕ ਹੈ ਨਾ। ਇਸ ਕਰਕੇ ਵੀ ਉਹ ਚੀਜ਼ ਹੁਣ ਜੇ ਪੁਲਿਸ ਵੱਲੋਂ ਪੁੱਛ ਗਿੱਛ ਸੀ ਉਹ ਬੰਦ ਹੋ ਜਾਏਗੀ ਜੀ, ਬਿਲਕੁਲ ਕਿਉਂਕਿ ਇੰਨੇ ਬੰਦੇ ਨੂੰ ਪੁੱਛਿਆ ਨਹੀਂ ਜਾ ਸਕਦਾ। ਹੂੰ ਜੇ ਆਪਾਂ ਹਕੀਕਤ ਤੌਰ ਦੇਖਿਆ ਜਾਵੇ ਤਾਂ ਜੀ ਜੀ ਹਕੀਕੀ ਤੌਰ ਤੇ ਤਾਂ ਪੁੱਛਿਆ ਨਹੀਂ ਜਾ ਸਕਦਾ। ਉਹ ਚੀਜ਼ ਤਾਂ ਹੁਣ ਖਤਮ ਹੋ ਗਈ ਹੈ ਬਾਹਰ ਨਿਕਲਣ ਵਾਲੀ। ਹੂੰ ਹੁਣ ਮੈਟਰ ਦੋ ਆ ਗਏ ਹੈਗੇ, ਦੋ ਜਿਹੜੇ ਮੁੱਦਾ ਦੀ ਗੱਲ ਹੈਗੀ ਹੈ। ਜੀ ਇੱਕ ਆਰਥਿਕਤਾ, ਹੂੰ ਆਰਥਿਕਤਾ ਨਾਲ ਬਿਮਾਰੀ ਕਿਵੇਂ ਵਧਣੀ ਹੈ, ਜੀ ਉਹ ਵਧਣ ਦੇ ਪ੍ਰਬੰਧ ਕੀ ਨੇ ਸਾਡੇ ਕੋਲ, ਸਿਹਤ ਪ੍ਰਬੰਧ ਸਾਡੇ ਕੋਲ ਕੀ ਨੇ, ਕੀ ਸਾਡੇ ਕੋਲ ਸਾਧਨ ਨੇ, ਜੀ ਠੀਕ ਹੈ, ਕੀ ਉਹ ਸਾਧਨਾਂ ਨਾਲ ਲੋਕੀ ਸੰਤੁਸ਼ਟ ਹੋਣਗੇ ਸਰਕਾਰ ਤੋਂ, ਹੂੰ ਇਹ ਹੁਣ ਵਿਚਾਰਨ ਵਾਲੀ ਗੱਲ ਕੀ ਹੋਊਗੀ। ਲੱਗਦਾ ਹੈ ਵੀ ਜੇ ਕੋਈ ਪੋਜ਼ਿਟਿਵ ਆਊਗਾ ਫਿਰ ਘਰ ਚ ਕਹਿਣਗੇ ਇਕਾਂਤਵਾਸ ਕਰ ਲਓ, ਜਾਂ ਫਿਰ ਕੋਈ ਜੋ ਅਲੱਗ ਤੋਂ ਰਣਵੀਰ ਡਿਟੈਂਸ਼ਨ ਸੈਂਟਰ ਬਣਾਏ ਜਾ ਸਕਦੇ ਨੇ ਕੋਈ ਇਸ ਤਰ੍ਹਾਂ ਦੇ? ਮੈਨੂੰ ਜੋ ਜੀ ਲੱਗਦਾ ਹੈ ਜੀ ਕੁਆਰੰਟਾਈਨ ਸੈਂਟਰ ਜਿਹੜੇ ਇਹਨਾਂ ਨੇ ਬਣਾਏ ਨੇ, ਜੀ ਜੋ ਮੈਨੂੰ ਲੱਗਦਾ ਸਰਕਾਰ ਦੀ ਜੋ ਕੀ ਪਾਲਿਸੀ ਹੋਏਗੀ, ਹੂੰ ਇਹ ਸਰਕਾਰ ਪਹਿਲਾਂ ਵਾਚ ਕਰੇਗੀ ਵੀ ਇੱਕ ਮਹੀਨੇ 'ਚ ਕਿੰਨੇ ਕੇਸ ਵਧੇ। ਜੀ ਕਿਉਂਕਿ ਪਹਿਲਾਂ ਸਰਕਾਰ ਕੋ ਕਹਿਣ ਨੂੰ ਜਗ੍ਹਾ ਹੋਇਆ ਵੀ ਵਾਢੀ ਕਰਕੇ ਕੇਸ ਵੱਧ ਗਏ,
ਜੀ ਦੇਖੋ ਇੱਕ ਚੀਜ਼ ਤੁਹਾਨੂੰ ਬਚਾਉਣ ਨੂੰ, ਆਪਣੀ ਸਕਿਨ ਬਚਾਉਣ ਨੂੰ ਹੋ ਜਾਏਗਾ, ਕੁਝ ਹੂੰ ਲੋਕਾਂ ਦਾ ਦਬਾਅ ਸੀਗਾ, ਲੋਕ ਵੀ ਕਹਿ ਰਹੇ ਸੀ ਖੋਲੋ 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 ਖੋਲੋ, ਹਨਾ। ਜੀ ਤੇ ਹੁਣ ਗੱਲ ਇਹ ਹੈ ਵੀ ਹੁਣ ਪੇਸ਼ੈਂਟ ਵਧਣਗੇ। ਜੀ ਇਹ ਮਤਲਬ ਜੋ ਟੈਸਟ ਵੀ ਇਧਰ ਜਿਹੜੇ ਹੁਣ ਰੈਪਿਡ ਕਿੱਟਾਂ ਆ ਗਈਆਂ ਹੈਗੀਆਂ ਨੇ, ਤੇ ਜੀ ਟੈਸਟਾਂ ਦੀ ਜਿਹੜੀ ਗਿਣਤੀ ਹੈ ਵਧਾਉਣ ਦੀ ਸਰਕਾਰ ਗੱਲ ਕਰਦੀ ਰਹੀ ਹੈ, ਕਰ ਹੂੰ ਰਹੀ ਹੈ। ਹੁਣ ਜੀ ਪੋਜ਼ਿਟਿਵ ਕੇਸ ਮਤਲਬ ਵਧਣੇ ਬਹੁਤ ਵਧਣੇ ਤੇਜ਼ੀ ਨਾਲ ਸ਼ੁਰੂ ਹੋ ਜਾਣੇ ਨੇ। ਜੀ ਇੱਕ ਪਾਸੇ ਹੁਣ ਕੇਸ ਵਧਣਗੇ ਹੂੰ ਤੇ ਇੱਕ ਪਾਸੇ ਲੋਕੀ ਕੰਮਾਂ ਤੇ ਜਾਣਗੇ। ਜੀ ਹੁਣ ਇਹ ਜਿਹੜੀ ਹਾਲਾਤ ਹੋਣਗੇ ਜੀ ਵੀ ਕੇਸ ਵੀ ਨਾ ਵਧਣ ਤੇ ਆਰਥਿਕਤਾ ਚੱਲਦੀ ਰਵੇ, ਉਹ ਹੂੰ ਸਰਕਾਰ ਕਿੱਦਾਂ ਕੰਟਰੋਲ ਕਰੇਗੀ? ਉਹ ਹੂੰ ਬੜਾ ਵੱਡਾ ਕੁਐਸਚਨ ਮਾਰਕ ਆ। ਹੂੰ ਮੈਨੂੰ ਜੋ ਲੱਗਦਾ ਹੈ, ਜੋ ਤੁਹਾਡੇ ਸਿਹਤ ਸਾਧਨ ਨੇ ਜਾਂ ਸਿਹਤ ਜੀ ਸੇਵਾਵਾਂ ਨੇ, ਉਹ ਹੂੰ ਜੇ ਕੀ ਕਰਨਗੇ, ਸਰਕਾਰ ਜਿਹੜੇ ਕੁਆਰੰਟਾਈਨ ਸੈਂਟਰ ਬਣੇ ਹੋਏ ਨੇ, ਜੀ ਜਿਹੜੇ ਬੰਦੇ ਪੋਜ਼ਿਟਿਵ ਆਉਣਗੇ ਸਰਕਾਰ ਹੂੰ ਉੱਥੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਸਰਕਾਰ ਭੇਜੀ ਜਾਊਗੀ, ਕਿਉਂਕਿ ਜਿਹੜੇ ਬੰਦੇ ਆਈ ਜੀ ਜਾਣਗੇ ਜੀ ਤੇ ਨਾਲ ਕੰਮ ਵੀ ਚੱਲੇ ਜਾਊਗਾ। ਹੂੰ ਰੈਪਿਡ ਜਿਹੜੇ ਹੈਗੇ ਆ ਕਿਟਸ ਦੇ ਹੂੰ ਨਾਲ ਜੀ ਟੈਸਟ ਜਲਦੀ ਤੇਜ਼ੀ ਨਾਲ ਹੋਣੇ ਸ਼ੁਰੂ ਹੋ ਮਤਲਬ ਜਾਣਗੇ। ਮਤਲਬ ਰਾਜੀਵ ਜੀ, ਇਹ ਸਮਝਿਆ ਜਾਵੇ ਕਿ ਇਹ ਸੰਭਵ ਹੀ ਨਹੀਂ ਹੈਗਾ ਕਿ ਅਸੀਂ ਮਤਲਬ ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੱਕ ਪੰਜਾਬ ਨੂੰ ਬੰਦ ਰੱਖ ਸਕੀਏ। ਇਹ ਸੰਭਵ ਨਹੀਂ ਹੈਗੀ ਗੱਲ, ਬਿਲਕੁਲ। ਨਹੀਂ, ਕਿਸੇ ਵੀ ਦੇਸ਼ ਦੀ ਸੂਬੇ ਦੀ ਜਿਹੜੀ ਆਰਥਿਕਤਾ ਨੇ ਸੀਮਤ ਸਮੇਂ ਲਈ ਤਾਂ ਅਸੀਂ ਰੋਕ ਸਕਦੇ ਹਾਂ। ਜੀ ਜੇ ਅਸੀਂ ਮਤਲਬ ਉਹਨੂੰ ਲੰਬੇ ਸਮੇਂ ਲਈ ਸੋਚੀਏ ਤਾਂ ਹੂੰ ਬੜਾ ਮੁਸ਼ਕਿਲ ਆ ਜਾਊਗਾ ਨਾ। ਫਿਰ ਦੇਖੋ ਜਦੋਂ ਸਰਕਾਰੀ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲੂਗੀ, ਸਰਕਾਰ ਜੀ ਕੋਲ ਪੈਸਾ ਨਹੀਂ ਹੋਊਗਾ, ਜੀ ਫਿਰ ਹੌਲੀ ਹੌਲੀ ਸਿਸਟਮ ਡਿੱਗਣਾ ਸ਼ੁਰੂ ਹੋ ਜਾਊਗਾ। ਹੂੰ ਤੇ ਲੋਕਾਂ 'ਚ ਵੀ ਸਬਰ ਚਾਹੀਦਾ ਸੀਗਾ, ਹੁਣ ਲੋਕਾਂ ਦੇ ਵੱਲੋਂ ਵੀ ਦਬਾਅ ਵੀ ਆ ਗਿਆ ਹੈਗਾ। ਜੀ 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 ਹੁਣ ਜਾਂ ਤਾਂ ਸਰਕਾਰ ਕੀ ਕਰਦੀ, ਸਕੂਲਾਂ ਦੀ ਫੀਸਾਂ ਕੱਲੀ, ਜਿਵੇਂ ਦਿੱਲੀ ਸਰਕਾਰ ਨੇ ਕੀਤਾ ਵੀ ਟਿਊਸ਼ਨ ਫੀਸ ਲੈ ਸਕਦੀ ਸਰਕਾਰ, ਹੋਰ ਕੋਈ ਫੀਸ ਨਹੀਂ ਸਕੂਲ ਲੈ ਸਕਦੇ। ਜੀ ਠੀਕ ਹੈ, ਬਿਜਲੀ ਦੇ ਬਿੱਲ ਉਹਨੇ ਕਹਿਤਾ 6 ਮਹੀਨੇ ਨਹੀਂ ਲਵਾਂਗੇ ਅਸੀਂ ਹਜੇ, ਹੂੰ ਤੇ ਮਿਨੀਮਮ ਇੰਨੇ ਯੂਨਿਟ ਦਾ ਬਿੱਲ ਆਏਗਾ। ਜੀ ਬਿਜਲੀ ਦਾ ਬੋਝ ਨਹੀਂ ਹੈ ਲੋਕਾਂ ਦੇ ਉੱਪਰ, ਹੂੰ ਸਕੂਲਾਂ ਦਾ ਬੋਝ ਨਹੀਂ ਹੈਗਾ। ਹੂੰ ਠੀਕ ਹੈ, ਰਾਸ਼ਨ ਸਰਕਾਰ ਕਹਿੰਦੀ ਅਸੀਂ ਪਰ ਦੇਵਾਂਗੇ। ਪੰਜਾਬ ਦੇ ਵਿੱਚ ਤਾਂ ਅਜਿਹਾ ਨਹੀਂ ਹੈਗਾ ਨਾ। ਉਹੀ ਕਾਰਨ ਮੈਂ ਦੱਸ ਰਿਹਾ ਨਾ ਤੁਹਾਨੂੰ ਹੈਗਾ। ਜੀ ਜੀ ਲੋਕਾਂ ਨੂੰ ਸੰਤੁਸ਼ਟੀ ਵੀ ਸਰਕਾਰ ਨੂੰ ਹੀ ਦੇਣੀ ਸੀਗੀ, ਪਰ ਸਾਡੇ ਹੂੰ ਕੋਲ ਲੱਗਦਾ ਵੀ ਸਾਡਾ ਜੋ ਵਿੱਤੀ ਸਰੋਤ ਨੇ ਸਾਡੇ, ਜੀ ਉਹ ਇਸ ਕਾਬਲ ਨਹੀਂ ਹੈ, ਜਾਂ ਵੀ ਅਸੀਂ ਲੋਕਾਂ ਨੂੰ ਇਹ ਸੁਵਿਧਾਵਾਂ ਦੇ ਸਕੀਏ। ਹੂੰ ਪੰਜਾਬ ਦੇ ਜੋ ਹਾਲਾਤ ਨੇ ਹੈਗੇ, ਠੀਕ ਤੇ ਹੈ ਫਿਰ ਲੋਕ ਸਰਕਾਰ ਕੋਲ ਆਪਸ਼ਨ ਹੀ ਬਚਦੀ ਸੀਗੀ, ਹੂੰ ਦਬਾਅ ਵੀ ਸੀਗਾ ਸਰਕਾਰ ਦੇ ਉੱਪਰ ਜੀ ਲੋਕਾਂ ਦਾ, ਤੇ ਹੂੰ ਸਰਕਾਰ ਕੋਲ ਆਪਸ਼ਨ ਨਹੀਂ ਸੀ ਦੂਜੀ, ਹੱਲ ਠੀਕ ਹੈ ਨਹੀਂ ਸੀਗਾ, ਇਸ ਲਈ ਸਰਕਾਰ ਨੇ ਖੋਲਤਾ। ਹੁਣ ਇਹਦੇ ਹੂੰ ਨਤੀਜੇ ਕੀ ਆਉਣਗੇ? ਨਤੀਜੇ ਮੈਨੂੰ ਇਹ ਲੱਗਦਾ ਵੀ ਇਹਦੇ ਭਿਆਨਕ ਹੀ ਹੋਣਗੇ। ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਅਸੀਂ ਦੇਖਿਆ ਕਿ ਲੋਕ ਤਾਂ ਕਰਫਿਊ ਦੇ ਦੌਰਾਨ ਵੀ ਘੁੰਮਦੇ ਰਹੇ, ਜਾਂ ਕਰਫਿਊ ਦੇ ਦੌਰਾਨ ਵੀ ਕੇਸਾਂ ਦੇ ਵਿੱਚ ਵਾਧਾ ਹੁੰਦਾ ਰਿਹਾ, ਤੇ ਹੁਣ ਤਾਂ ਹੋਰ ਵਧਣ ਦੀ ਉਮੀਦ ਹੈ। ਇੱਕ ਜਿਹੜੀ ਪਰਸੈਂਟੇਜ ਹੈ ਕਿ ਡੈਥ ਦੀ ਕੀ ਰੇਸ਼ੋ ਆ ਰਹੀ ਹੈ, ਜਾਂ ਸਰਵਾਈਵਲ ਰੇਟ ਕੀ ਆ ਰਹੀ ਹੈ, ਜੇ 100 ਲੋਕਾਂ ਨੂੰ ਹੁੰਦਾ ਹੈ ਤਾਂ ਉਹਦੇ ਵਿੱਚੋਂ ਕਿੰਨੇ ਲੋਕ ਸਿਹਤਯਾਬ ਹੁੰਦੇ ਨੇ, ਕੀ ਹੈਗੀ ਹੈ ਓਵਰਆਲ ਥਿਊਰੀ? ਜੋ ਰਣਵੀਰ ਅੱਜ ਤੱਕ ਦੇ ਜੋ ਅੰਕੜੇ ਹੈਗੇ ਆ, ਜੀ ਤੇ 14% ਲੋਕ ਇਲਾਜ ਠੀਕ ਹੋ ਕੇ ਜਾ ਰਹੇ ਨੇ। ਹੂੰ ਤੇ ਡੈਥ ਰੇਟ ਹਿੰਦੁਸਤਾਨ ਦਾ ਆਇਆ ਉਹ 3.3% ਆਇਆ ਹੁਣ ਜੀ ਤੱਕ, ਕਿ 100 ਮਗਰ 3 ਜਾਂ 4 ਬੰਦੇ ਮਰਦੇ ਨੇ। ਹੂੰ ਹੁਣ ਇਹ 'ਚ ਉਮਰ ਦੇ ਹਿਸਾਬ ਨਾਲ ਜਿਹੜੇ ਅੰਕੜੇ ਆਏ ਨੇ ਹੈਗੇ ਨੇ, ਜੀ ਵੀ 1 ਤੋਂ ਲੈ ਕੇ 45 ਸਾਲ ਦੀ ਉਮਰ ਤੱਕ 14% ਲੋਕ ਮਰੇ ਨੇ ਹੂੰ ਹੁਣ ਤੱਕ। ਹੂੰ 1 ਤੋਂ 45 ਜੀ 14%, 45 ਤੋਂ 60 10% ਲੋਕ ਮਰੇ ਨੇ, ਜੀ ਤੇ 60 ਤੋਂ 75 33%, ਹੂੰ 75 ਤੋਂ ਉੱਪਰ 42%। ਵੀ ਜਿਹੜੇ 60 ਤੋਂ 75 ਤੇ ਜੀ 75 ਤੋਂ ਉੱਪਰ, ਇਹਨਾਂ ਦਾ ਅੰਕੜਾ ਬਹੁਤ ਜ਼ਿਆਦਾ ਹੈਗਾ। ਮਤਲਬ ਹੂੰ ਇਹ ਜਿਹੜੇ ਇਸ ਏਜ ਗਰੁੱਪ 'ਚ ਲੋਕ ਆਉਂਦੇ ਨੇ, ਜੀ ਉਹਨਾਂ ਨੂੰ ਖਾਸ ਦੇਖਭਾਲ ਦੀ ਲੋੜ ਆ ਆਪਣੀ। ਹੂੰ ਉਹਨਾਂ ਨੂੰ ਆਪਣੀ ਦੇਖਭਾਲ ਆਪ ਕਰਨੀ ਪੈਣੀ ਹੈਗੀ ਆ, ਉਹਦੇ ਹੂੰ ਪਰਿਵਾਰ ਨੂੰ ਕਰਨੀ ਪਊ, ਚਾਹੇ ਹੂੰ ਹੋਵੇ ਹੂੰ ਪਰਿਵਾਰਿਕ, ਜੋ ਇਹਨਾਂ ਦੀ ਪਰਿਵਾਰਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਆਪਸ 'ਚ ਇਹਨਾਂ ਨਾਲੋਂ। ਜੀ ਉਹ ਅੰਕੜਾ ਮਤਲਬ ਜੇ ਤੁਸੀਂ ਦੇਖ ਲਓ 75% ਲੋਕ ਉਹੀ ਨੇ 60 ਸਾਲ ਤੋਂ ਆਪਣੇ ਉੱਪਰ ਜੇ ਵਾਲੇ। ਪੰਜਾਬ ਦੀ ਅਸੀਂ ਗੱਲ ਕਰਦੇ ਹਾਂ ਤਾਂ 237 ਦੇ ਕਰੀਬ ਲੋਕ ਪੋਜ਼ਿਟਿਵ ਨੇ, ਤੇ 16 ਮੌਤਾਂ ਹੋਈਆਂ ਨੇ। ਆਪਣਾ ਅੰਕੜਾ ਕੀ ਲੱਗਦਾ ਕਿ ਥੋੜਾ ਜਿਹਾ ਪੰਜਾਬ ਦਾ ਜ਼ਿਆਦਾ ਅੰਕੜਾ ਹੈ? ਥੋੜਾ ਜ਼ਿਆਦਾ ਹੈਗਾ, ਜੀ ਤੇ ਉਹ 'ਚ ਕਈ ਕਾਰਨ ਹੋਰ ਵੀ ਸੀ ਨਾ ਰਣਵੀਰ। ਉਹਦੇ ਵਿੱਚ ਕੋਈ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਸੀ, ਜੀ ਜਿਵੇਂ ਹੁਣ ਆਪਣੇ ਕਾਨੂੰਗੋ ਸਾਹਿਬ ਦੀ ਮੌਤ ਹੋਈ ਹੈ, ਜੀ ਉਹਨਾਂ ਨੂੰ ਹਾਰਟ ਅਟੈਕ ਕਹਿ ਰਹੇ ਨੇ, ਹਾਰਟ ਅਟੈਕ ਵੀ ਆਇਆ ਹੈਗਾ। ਜੀ ਪਰ ਜੀ ਜੀ ਇਹਦੇ 'ਚ ਹੋਰ ਕਾਰਨ ਵੀ ਸੀਗੇ ਨਾਲ। ਹੂੰ ਜੇ ਪੂਰੇ ਦੇਸ਼ ਦਾ ਅੰਕੜਾ ਦੇਖਿਆ ਜਾਵੇ ਜੀ ਤਾਂ ਮਤਲਬ 3.3% ਹੀ ਆਇਆ ਠੀਕ ਹੈ। ਮੌਤਾਂ ਦਾ ਦਰ ਜਿਹੜੀ ਹੈਗੀ ਆ। ਅਸੀਂ ਜਦੋਂ, ਕਿਉਂਕਿ ਡਰ ਜਿਹੜਾ ਜ਼ਿਆਦਾ ਇਹ ਸੀਗਾ ਕਿ ਅਸੀਂ ਅਮਰੀਕਾ ਦੇ ਵਿੱਚ ਦੇਖ ਰਹੇ ਹਾਂ ਕਿ 27,000 ਮੌਤਾਂ ਹੋ ਗਈਆਂ, ਇਟਲੀ ਸਪੇਨ ਦੇ ਵਿੱਚ ਮੌਤਾਂ ਹੋ ਗਈਆਂ, ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਆ ਰਹੀਆਂ ਨੇ ਕਈ ਦੇਸ਼ਾਂ ਦੀਆਂ ਕਿ ਡੈੱਡ ਬੋਡੀਜ਼ ਸੰਭਾਲਣ ਲਈ ਵੀ ਉਹਨਾਂ ਕੋਲੇ ਸਿਸਟਮ ਨਹੀਂ ਬਚ ਪਾ ਰਿਹਾ ਹੈਗਾ। ਰਣਵੀਰ ਇਸ ਤਰ੍ਹਾਂ ਸੀ, ਪਹਿਲਾਂ ਅਸੀਂ ਲੋਕਡਾਊਨ ਕਰਕੇ ਇਹ ਰੋਕਥਾਮ ਕਰ ਲਈ ਸੀ, ਜੀ ਪਰ ਹੁਣ ਅਸੀਂ ਵੀ ਦੇਖੋ ਉਧਰ ਜਿਸ ਤਰ੍ਹਾਂ ਜੋ ਨੀਤੀਆਂ ਅਮਰੀਕਾ ਦੀਆਂ ਸੀਗੀਆਂ ਜੀ ਕਿ ਲੋਕਡਾਊਨ ਨਹੀਂ ਕਰਨਾ ਹੈਗਾ, ਹੂੰ ਤੇ ਅਸੀਂ ਉਹ ਨੀਤੀਆਂ ਨੂੰ ਅਪਣਾ ਲਿਆ ਹੈ, ਅਸੀਂ ਉਧਰ ਨੂੰ ਤੁਰ ਪਏ ਹਾਂ। ਜੀ ਹੁਣ ਦੇਖੋ, ਹੁਣ ਲੋਕਾਂ ਨੂੰ ਕੋਈ ਰੋਸ ਨਹੀਂ ਚਾਹੀਦਾ ਸਰਕਾਰ ਨਾਲ ਕਿ ਕੇਸ ਵੱਧ ਕੇ ਸਾਡਾ ਇਲਾਜ ਨਹੀਂ ਹੋ ਰਿਹਾ ਹੈਗਾ। ਹੁਣ ਲੋਕ ਕਹਿ ਰਹੇ ਸੀ ਖੁੱਲਣਾ ਚਾਹੀਦਾ, ਇਹ ਹੋਣਾ ਚਾਹੀਦਾ ਹੈਗਾ। ਹੁਣ ਤਾਂ ਦੇਖੋ ਇਹ ਪੈਰਲਲ ਚੱਲੇਗਾ, ਅਮਰੀਕਾ ਚੱਲ ਰਿਹਾ, ਮੌਤ ਹੋ ਰਹੀ ਹੈ, ਰਾਸ਼ਟਰਪਤੀ ਕਹਿੰਦਾ ਕੋਈ ਗੱਲ ਨਹੀਂ, ਅਸੀਂ ਤਾਂ ਆਰਥਿਕਤਾ ਬਚਾਉਣੀ ਹੈਗੀ ਹੈ, ਵੀ ਸਾਨੂੰ ਮੌਤਾਂ ਦੀ ਕੋਈ ਪਰਵਾਹ ਨਹੀਂ ਹੈਗੀ। ਹੁਣ ਤਾਂ ਇੱਥੇ ਵੀ ਇਹੀ ਹਾਲਾਤ ਹੋਣਗੇ, ਪਰ ਮੈਨੂੰ ਡਰ ਇਸ ਗੱਲ ਦਾ ਹੈਗਾ ਵੀ ਸਾਡੇ ਕੋਲ ਉਹ ਜਿਹੇ ਸਿਹਤ ਪ੍ਰਬੰਧ ਨਹੀਂ ਹੈਗੇ। ਮੈਂ ਹਜੇ ਬਾਰ-ਬਾਰ ਇਹੀ ਗੱਲ ਕਹਿ ਰਿਹਾ ਵੀ ਲੋਕਾਂ ਨੇ ਉਸ ਲੈਵਲ ਤੇ ਆ ਕੇ ਸਰਕਾਰ ਤੇ ਦਬਾਅ ਕਰਨਾ ਵੀ ਸਾਡਾ ਇਲਾਜ ਨਹੀਂ ਹੋ ਰਿਹਾ ਹੈਗਾ। ਹੁਣ ਕਿਤੇ ਕੀ ਲੱਗਦਾ ਉਹ ਪੋਜੀਸ਼ਨ ਆ ਜੇ। ਹੁਣ ਕੀ ਲੱਗਦਾ ਕਿ ਆਪਣੇ ਤੌਰ ਤੇ ਹੋ ਗਿਆ ਕਿ ਜਿਹੜਾ ਵਿਅਕਤੀ ਖੁਦ ਕਿਸੇ ਦੀ ਦੁਕਾਨ ਮੰਨ ਲਓ ਹੈਗੀ ਵੀ ਆ, ਤੇ ਉਹਨੂੰ ਆਪਸ਼ਨ ਵੀ ਦੇਤੀ, ਮੰਨ ਲਓ ਕੋਈ ਬੁੱਕ ਸੈਲਰ ਹੈ ਤੇ ਉਹਦੇ ਕੋਲ ਆਪਸ਼ਨ ਹੈ
ਕਿ ਤੁਸੀਂ ਖੋਲ ਸਕਦੇ ਹੋ, ਪਰ ਫਿਰ ਵੀ ਜੇ ਉਹ ਨਹੀਂ ਖੋਲਦਾ ਉਹਦੇ ਤੇ ਡਿਪੈਂਡ ਹੈਗੀ ਗੱਲ। ਹੁਣ ਇਸੇ ਤਰ੍ਹਾਂ ਬਾਕੀ ਲੋਕਾਂ ਤੇ ਵੀ ਡਿਪੈਂਡ ਹੈ ਦੇਖੋ ਹੁਣ ਕਿ ਤਾਂ ਇਹ ਹੈ ਤੁਸੀਂ। ਵੀ ਜੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਜੀ। ਤੁਹਾਨੂੰ ਆਪਣੀ ਸਾਵਧਾਨੀ ਵਰਤਣੀ ਪੈਣੀ ਹੈ ਸਾਰੀ ਹੈ। ਪਰ ਸਾਡੇ ਦੇਸ਼ ਦੇ ਵਿੱਚ ਜਿਹੜੀ ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ ਵੀ ਸੋਸ਼ਲ ਜੀ। ਡਿਸਟੈਂਸ ਚਾਹੀਦਾ, ਹੂੰ ਸਮਾਜਿਕ ਦੂਰੀ ਲੋਕਾਂ 'ਚ ਆਪਸ 'ਚ ਚਾਹੀਦੀ ਹੈ। ਹੂੰ ਇਹੋ ਜਿਹੇ ਸਾਡੇ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਹੈਗੇ। ਜੀ। ਆਪਣੇ ਘਣਤਾ ਵੀ ਬਹੁਤ ਹੈ, ਮਤਲਬ ਕਿ ਪਾਪੂਲੇਸ਼ਨ ਹੈ ਸਾਡੀ ਜੀ। ਘਣਤਾ ਵੀ ਹੈ ਤੇ ਲੋਕ ਵੀ ਬਹੁਤ ਪੜ੍ਹੇ ਲਿਖੇ ਨਹੀਂ ਹੈਗੇ। ਲੋਕੀ ਮਤਲਬ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਲੋਕ ਇੱਕ ਚੀਜ਼ ਸੋਚ ਸਕਦੇ ਹੈਗੇ ਨੇ। ਜੀ ਸਾਡੇ ਜਿੰਨੀ ਜਿਸ ਤਰ੍ਹਾਂ ਡੈਂਸ ਪਾਪੂਲੇਸ਼ਨ ਆ, ਜਿੰਨੀ ਜ਼ਿਆਦਾ ਸਾਡੀ ਡੈਂਸ ਪਾਪੂਲੇਸ਼ਨ ਹੈਗੀ ਆ, ਜੀ ਉਸ ਜੀ ਹਿਸਾਬ ਨਾਲ ਉਹ 'ਚ ਮਤਲਬ ਤੁਸੀਂ ਕਹਿ ਲਓ ਘੱਟ ਪੜ੍ਹੇ ਲਿਖੇ ਲੋਕ ਬਹੁਤ ਥੋੜੇ ਨੇ। ਜੀ ਤੇ ਸਾਨੂੰ ਇਹ ਦੇਖੋ ਸਾਡੇ ਲਈ ਇਹ ਵੀ ਇੱਕ ਮੁਸ਼ਕਲਾਂ ਨੇ ਜਿਹਨਾਂ ਜੀ। ਨੂੰ ਸਾਨੂੰ ਸਾਡੇ ਨੂੰ ਫੇਸ ਕਰਨਾ ਪੈਣਾ ਹੈਗਾ। ਇਹਨਾਂ ਦਾ ਸਾਨੂੰ ਹੂੰ ਸਾਹਮਣਾ ਕਰਨਾ ਪੈਣਾ ਹੈਗਾ। ਜੀ। ਲੋਕਾਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣੀ ਪੈਣੀ ਹੈ। ਹੂੰ ਉਹ ਮੈਨੂੰ ਲੱਗਦਾ ਨਹੀਂ ਲੋਕਾਂ 'ਚ ਆ ਰਹੀ ਹੈ ਹਜੇ ਵੀ। ਹੂੰ ਕਿ ਦੁੱਧ ਵਾਲੀ ਦੁਕਾਨ ਦੇਖ ਲਓ ਉੱਥੇ ਰਸ਼ ਹੈ, ਜੀ। ਦਵਾਈਆਂ ਵਾਲੀ ਤੇ ਦੇਖ ਲਓ ਉੱਥੇ ਰਸ਼ ਹੈ। ਹੂੰ। ਮਤਲਬ ਬਹੁਤ ਵੱਡੀ ਇਹ ਪ੍ਰੋਬਲਮ ਜਿਹੜਾ ਹੈਗੀ ਹੈ। ਜਿਹੜਾ 6 ਫੁੱਟ ਦਾ ਡਿਸਟੈਂਸ ਆ ਉਹ ਬਣ ਨਹੀਂ ਪਾਉਣਾ ਹੈਗਾ, ਨਹੀਂ ਮੁਸ਼ਕਿਲ ਆ। ਨਹੀਂ ਨਹੀਂ ਬਣ ਪਾ ਰਿਹਾ ਹੈਗਾ। ਜੀ। ਤੁਸੀਂ ਸਕੂਲਾਂ ਦਾ ਦੇਖ ਲਓ ਕੀ ਕੰਮ ਵੜ ਲਿਆ ਹੈਗਾ। ਹੂੰ ਤੁਹਾਨੂੰ ਨੋਟਸ ਬਣਾਉਣਾ ਭੇਜੀ ਜਾ ਰਹੇ ਨੇ। ਜੀ। ਠੀਕ ਹੈ। ਹੂੰ ਨੋਟਸ ਬਣਾ ਉਹ ਇਸ ਲਈ ਭੇਜ ਰਹੇ ਨੇ ਵੀ ਆਪਣੀ ਫੀਸਾਂ ਪੱਕੀਆਂ ਕਰ ਰਹੇ ਨੇ। ਹੂੰ ਮੇਰੇ ਬੱਚੇ ਦੇ ਨੋਟਸ ਆਏ, ਮੈਂ ਤੁਹਾਨੂੰ ਆਪਣੀ ਗੱਲ ਦੱਸਦਾ। ਜੀ ਉਹਨਾਂ ਨੇ ਕੈਮਿਸਟਰੀ ਦੇ ਨੋਟਸ ਬਣਾ ਕੇ ਟੀਚਰ ਨੇ ਭੇਜਤੇ। ਮੈਂ ਟੀਚਰ ਨੂੰ ਜੀ ਫੋਨ ਕੀਤਾ ਜੀ। ਮੈਂ ਜੀ ਕਿਹਾ ਜੀ ਮੈਨੂੰ ਤਾਂ ਕੈਮਿਸਟਰੀ ਪੜ੍ਹਨੀ ਆਉਂਦੀ ਹੈ। ਜੀ ਜੇ ਮੈਨੂੰ ਪੜ੍ਹਨੀ ਆਉਂਦੀ ਮੈਂ ਮੁੰਡੇ ਨੂੰ ਤੁਹਾਡੇ ਸਕੂਲ ਥੋੜੀ ਭੇਜੂੰਗਾ ਜੀ। ਵੀ ਤੁਸੀਂ ਸਾਨੂੰ ਨੋਟਸ ਭੇਜੀ ਜਾਂਦੇ, ਇਹਨਾਂ ਦਾ ਹੱਲ ਕੀ ਨਹੀਂ ਕਰਨਾ ਹੈਗਾ। ਹੂੰ ਤੁਸੀਂ ਇਦਾਂ ਨਾ ਕਰੋ ਫੀਸਾਂ ਲੈਣ ਦੇ ਮਾਰੇ। ਜੀ। ਤੁਸੀਂ ਇਹ ਲੋਕਾਂ ਦੀ ਸਾਰਿਆਂ ਨਾਲ ਆ ਰਾਜਦੀਪ ਜੀ, ਕੇ WhatsApp ਤੇ ਰੋਜ਼ ਮੈਂ ਹੋਮਵਰਕ ਆ ਉਹੀ ਰਿਹਾ। ਗੱਲ ਆ ਉਹ ਕੀ ਜੀ। ਹੋ ਰਿਹਾ ਉਹਦਾ ਹੂੰ ਕਾਰਨ ਤੁਹਾਨੂੰ ਪਿੱਛੇ ਦਾ ਕਾਰਨ ਦੱਸਦਾ ਕਿ ਸਕੂਲ ਆਪਣੀ ਹੂੰ ਫੀਸਾਂ ਪੱਕੀਆਂ ਕਰ ਰਿਹਾ ਹੈਗਾ। ਕਿ ਅਸੀਂ ਉਹ ਤੁਹਾਨੂੰ ਘਰੇ ਬੈਠੇ ਪੜਾਇਆ। ਪੜਾਇਆ। ਹੁਣ ਹੂੰ ਦੇਖੋ ਸਾਡੀ ਸਰਕਾਰ ਇਹ ਜੀ ਨਾ ਤਾਂ ਸਰਕਾਰ ਕੋਈ ਇਹਦੇ ਬੜੇ ਹਜੇ ਤੱਕ ਸਰਕਾਰ ਦਾ ਕੋਈ ਸੁਝਾਅ ਆਇਆ ਨਹੀਂ, ਨਾ ਹਾਲੇ ਵਿਜੇਂਦਰ ਸਿੰਘਲਾ ਨੇ ਕਿਹਾ ਸੀ ਕਿ ਤੁਸੀਂ ਆਨਲਾਈਨ ਫੀਸਾਂ ਜਿਹੜੀਆਂ ਨਹੀਂ ਲੈ ਸਕਦੇ, ਜਾਂ ਸਕੂਲ ਜਿਹੜੇ ਫੀਸਾਂ ਨਹੀਂ ਲੈ ਸਕਦੇ ਹੈਗੇ ਨਹੀਂ। ਹਾਲੇ ਉਹਨਾਂ ਨੇ ਤੱਕ। ਹਜੇ ਨਹੀਂ ਲੈ ਸਕਦੇ। ਜੀ। ਦੇਖੋ ਰਣਵੀਰ, ਟਿਊਸ਼ਨ ਫੀਸ ਲੈਣਾ ਸਕੂਲਾਂ ਦਾ ਹੱਕ ਬਣਦਾ ਹੈਗਾ। ਹੂੰ ਜੋ ਦਿੱਲੀ 'ਚ ਹੋਇਆ ਉਹਨਾਂ ਨੇ ਬਿਲਕੁਲ ਸਹੀ ਫੈਸਲਾ ਲਿਆ ਵੀ ਟਿਊਸ਼ਨ ਫੀਸ ਲਓ। ਟਿਊਸ਼ਨ ਜੀ। ਫੀਸ ਪੜ੍ਹਾਈ ਦੀ ਫੀਸ ਲਓ ਤੇ ਬਿਲਡਿੰਗ ਦੀ ਹੂੰ ਵੈਨ ਦੀ ਜੀ। ਹੋਰ ਜਿਹੜੇ ਅਦਰ ਖਰਚੇ ਉਹ ਤਾਂ ਤੁਹਾਡੇ ਹੋ ਨਹੀਂ ਰਹੇ ਹੈਗੇ। ਉਹ ਤੁਹਾਡਾ ਹੂੰ ਰਹਿਣ ਦਾ ਤੁਸੀਂ ਹੱਕਦਾਰ ਹੀ ਨਹੀਂ ਹੈਗੇ। ਇਹ ਲੱਗਦਾ ਕਿ ਮਤਲਬ ਆਉਣ ਵਾਲੇ ਦਿਨਾਂ 'ਚ ਇਹ ਵੀ ਰੌਲਾ ਪਵੇਗਾ ਪੇਰੈਂਟਸ ਦਾ ਤੇ ਸਕੂਲਾਂ ਦੇ ਨਾਲ, ਕਿ ਜਿਹੜੇ ਸਕੂਲ ਲੈਣ ਦੀ ਕੋਸ਼ਿਸ਼ ਕਰਨਗੇ ਉੱਥੇ ਇਸ ਤਰ੍ਹਾਂ ਦੇ ਕੁਝ ਇਸ਼ੂਜ਼ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਇਹ ਸੋਚਦਾ ਵੀ ਦੇਖੋ ਸਾਡੇ ਸੂਬੇ ਦੇ ਵਿੱਚ ਹਜੇ ਤੱਕ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ ਜੀ। ਜੀ। ਮਤਲਬ ਕੋਈ ਠੋਸ ਸਟੈਪ ਤਾਂ ਲਿਆ ਨਹੀਂ ਕੋਈ ਹੈਗਾ। ਹੂੰ ਕੋਈ ਦੱਸੋ ਵੀ ਇਹਨਾਂ ਨੇ ਹਸਪਤਾਲਾਂ ਦੀ ਓਪੀਡੀਆਂ ਪਰ ਲਿਆ ਹੋਵੇ ਕਿਹਾ ਵੀ ਲਾਊਂਗਾ, ਹੋਇਆ ਕੋਈ ਐਕਸ਼ਨ ਪੰਜਾਬ 'ਚ? ਠੀਕ ਹੈ ਮਤਲਬ ਬਿਆਨਬਾਜ਼ੀ ਨਾ। ਬਹੁਤ ਹੈ ਤੇ ਹਾਂ ਠੀਕ ਹੈ। ਇੰਪਲੀਮੈਂਟੇਸ਼ਨ ਨਹੀਂ ਤੇ ਹੈਗੀ। ਸਕੂਲਾਂ ਉੱਪਰ ਕੀ ਉਹਨਾਂ ਨੇ ਸੋਚਿਆ ਹੈਗਾ? ਜੀ ਮੈਨੂੰ ਇਹ ਲੱਗਦਾ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਗਰੀਬਾਂ ਬਾਰੇ ਜਾਂ ਉਹਨਾਂ ਨੂੰ ਇਹ ਮੁਸ਼ਕਲਾਂ ਦਾ ਪਤਾ ਹੀ ਨਹੀਂ ਹੈ। ਮੈਨੂੰ ਤਾਂ ਇਹ ਲੱਗਦਾ ਵੀ ਉਹ ਇੱਕ ਰਾਜੇ ਮਹਾਰਾਜੇ ਪਰਿਵਾਰ 'ਚੋਂ ਨੇ। ਜੀ ਕਿ ਆਮ ਗਰੀਬ ਘਰ ਦਾ ਬੱਚਾ ਕਿਵੇਂ ਪੜ੍ਹਦਾ ਹੈਗਾ, ਜੀ। ਕਿਵੇਂ ਉਹਦੇ ਪੇਰੈਂਟਸ ਉਹਦੀ ਫੀਸ ਦਿੰਦੇ ਆ। ਹੂੰ ਮੈਨੂੰ ਲੱਗਦਾ ਇਹ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਸ ਚੀਜ਼ ਦਾ ਇਲਮ ਨਹੀਂ ਹੈਗਾ, ਜੋ ਮੈਨੂੰ ਲੱਗਦਾ ਪਿਆ ਹੈਗਾ। ਜੀ। ਤੇ ਹੁਣ ਅਗਲੀ ਗੱਲ ਤਾਂ ਇਹੀ ਹੈ ਕਿ ਜਦੋਂ ਹੁਣ 20 ਅਪ੍ਰੈਲ ਕੱਲ ਨੂੰ ਆ ਜਾਣੀ ਹੈ, ਤੇ ਉਹ ਤੋਂ ਬਾਅਦ ਜਿਵੇਂ ਜਿਵੇਂ ਦੇ ਸਿੱਟੇ ਆਉਣਗੇ, ਮੈਨੂੰ ਲੱਗਦਾ ਉਸ ਤੋਂ ਬਾਅਦ ਹੀ ਕੋਈ ਜਿਹੜੇ ਅਗਲੇ ਐਕਸ਼ਨ ਹੈ, ਪਲਾਨ ਹੈ, ਉਹ ਕੀਤੇ ਜਾਣਗੇ। ਤੇ ਇੱਕ ਇਹ ਵੀ ਹੈ ਕਿ ਜਿਹੜੇ ਰੈੱਡ ਬਣਾਇਆ ਹੈਗਾ ਜ਼ੋਨ, ਉਹਦੇ ਵਿੱਚ ਇਹ ਰਿਆਇਤਾਂ ਨਹੀਂ ਹੋਣਗੀਆਂ। ਡਿਪਟੀ ਕਮਿਸ਼ਨਰ ਤੇ ਨਿਰਭਰ ਕਰੇਗਾ ਕਿਹੜੀ ਕਿਹੜੀ ਰਿਆਇਤ ਕਿੱਥੇ ਕਿੱਥੇ ਜਾਰੀ ਹੋਣੀ। ਹਾਂ ਉਹ ਡੀਸੀ ਦੇ ਜੋ ਸੱਚਾਈ ਹੈ ਉਹ ਤਾਂ ਮੁੱਖ ਮੰਤਰੀ ਤੇ ਨਿਰਭਰ ਕਰਦਾ ਜੀ। ਮੁੱਖ ਮੰਤਰੀ ਨੇ ਕੀ ਇਸ਼ਾਰਾ ਕਰਨਾ ਜੀ ਉਸ ਹਿਸਾਬ ਨਾਲ ਥੱਲੇ ਸਾਰਾ ਕੁਝ ਇੰਪਲੀਮੈਂਟ ਹੋਣਾ ਹੈਗਾ, ਉਹ ਜੀ ਲਾਗੂ ਹੋਣਾ ਉਸ ਹਿਸਾਬ ਨਾਲ। ਜੀ ਤੇ ਹਰੇਕ ਸੂਬੇ ਦੇ ਮੁੱਖ ਮੰਤਰੀ ਨੇ ਆਪਣੇ ਹਿਸਾਬ ਨਾਲ ਕਰਨਾ ਹੈਗਾ। ਜੀ ਪਰ ਇਹ ਹੈ ਵੀ ਰੈੱਡ ਜ਼ੋਨ ਦੇ ਵਿੱਚ ਖੁੱਲ ਨਹੀਂ ਸਕਦਾ। ਹੁਣ ਇੱਕ ਅਗਲਾ ਜਿਹਦਾ ਕੁਐਸਚਨ ਇਹ ਹੈ ਜੀ। ਵੀ ਜਿਹੜੇ ਰੈੱਡ ਜ਼ੋਨ ਨਹੀਂ ਹੈਗੇ ਪਰ ਹੂੰ 2-4 ਦਿਨਾਂ 'ਚ ਰੈੱਡ ਜ਼ੋਨ 'ਚੋਂ ਆ ਜਾਣੇ ਨੇ ਉਹ। ਬਿਲਕੁਲ। ਜਿਵੇਂ ਲੁਧਿਆਣੇ ਲਾ ਲਓ 16-17 ਕੇਸ ਲੁਧਿਆਣੇ ਹੋ ਗਏ। ਠੀਕ ਜੀ ਹੈ। 2-3 ਕੇਸ ਘਟਦੇ ਪਏ ਨੇ। ਹੂੰ ਉਸ ਤੋਂ ਬਾਅਦ ਕੀ ਹੋਏਗਾ ਇਹ ਨਹੀਂ ਹੂੰ ਕਿਸੇ ਨੂੰ ਪਤਾ ਹੈ। ਰਾਜਦੀਪ ਜੀ, ਇੱਕ ਹੋਰ ਵੀ ਸਵਾਲ ਹੈ ਕਿ ਮਤਲਬ ਬਹੁਤ ਸਾਰੀਆਂ ਇਸ ਤਰ੍ਹਾਂ ਦਾ ਰਹਿੰਦਾ ਹੈ ਕਿ ਇੱਕ ਫੈਸਲਾ ਹੁੰਦਾ ਹੈ, ਫਿਰ ਉਹ ਵਾਪਸ ਲੈ ਲਿਆ ਜਾਂਦਾ ਹੈ। ਮਤਲਬ ਲੋਕਾਂ ਨੂੰ ਸ਼ਸ਼ੋ ਪੰਜ 'ਚ ਰਹਿੰਦੇ ਨੇ, ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਫੈਸਲਾ ਲਾਗੂ ਹੋ ਗਿਆ। ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਆਏ ਜਿਹੜੇ ਪਹਿਲਾਂ ਲਾਗੂ ਕਰ ਦਿੱਤੇ ਗਏ, ਫਿਰ ਵਾਪਸ ਲੈ ਲਏ ਗਏ। ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਨੇ। ਦੇਖੋ ਜਿਵੇਂ ਹੁਣ ਲੁਧਿਆਣੇ ਫੂਡ ਦਾ ਸੀਗਾ। ਜੀ ਠੀਕ ਹੈ ਨਾ। ਸ਼ਾਇਦ ਕਿਸੇ ਸਿਆਸੀ ਦਬਾਅ ਜਾਂ ਕਿਸੇ ਤਰ੍ਹਾਂ ਸਰਕਾਰ ਨੇ ਲੈ ਲਿਆ ਵੀ ਹਾਂ ਆਨਲਾਈਨ ਸਪਲਾਈ ਕਰ ਸਕਦੇ ਹੋ। ਜੀ। ਪਰ ਉਹ ਗਲਤ ਡਿਸੀਜਨ ਸੀ ਨਾ ਹੂੰ ਉਹ। ਤੇ ਬਾਅਦ ਦੇ ਵਿੱਚ ਦਿੱਲੀ 'ਚ ਕੇਸ ਹੋਇਆ ਹੈਗਾ ਬਿਲਕੁਲ। ਤੇ ਉਹ ਇੱਥੇ ਬੰਦ ਕਰ ਦਿੱਤਾ ਹੈਗਾ। ਸਾਡੇ ਤਾਂ ਇਹ ਹੈ ਵੀ ਦੇਖੋ ਪਹਿਲਾਂ ਵੇਟ ਕੀਤੀ ਜਾਂਦੀ ਹੈ ਵੀ ਕੋਈ ਕੇਸ ਆਵੇ। ਹੂੰ ਠੀਕ ਹੈ। ਖੰਨੇ ਮੰਡੀ ਵਾਲਾ ਦੇਖ ਲਓ ਕਿਵੇਂ ਮੰਡੀ ਉੱਤੇ ਸੀਗਾ। ਹਰ ਜੀ ਚੀਜ਼ ਜਦੋਂ ਜਿੱਦਣ ਕੇਸ ਆ ਜਾਂਦਾ ਹੂੰ ਇੱਕੋ ਦਮ ਸਾਰਾ ਸਰਕਾਰੀ ਅਮਲ ਟੁੱਟ ਕੇ ਪੈ ਜਾਂਦਾ ਵੀ ਦੇਖੋ ਆਹ ਕਰ ਮਚਾ ਦਿੰਦੇ ਹੈਗੇ। ਜੀ ਜਿਹੜੀ ਪ੍ਰੀ ਪਲੈਨਿੰਗ ਆ ਉਹ ਹੂੰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕੋਈ ਕਿਸੇ ਦੀ ਕੋਈ ਜ਼ਿੰਮੇਵਾਰੀ ਫਿਕਸ ਨਹੀਂ ਹੈਗੀ। ਕਿਉਂਕਿ ਕੋਈ ਕਿਉਂਕਿ ਜਵਾਬਦੇਹ ਨਹੀਂ ਹੈਗਾ ਜੀ ਜੀ, ਵੀ ਜੇ ਇਹ ਆਹ ਕੁਛ ਮੰਗ ਹੋਇਆ ਤਾਂ ਤਾਂ ਆਪਾਂ ਰਾਜਦੀਪ ਜਵਾਬਦੇਹ ਜੀ, ਹਾਂ। ਇਹ ਮੰਗ ਤਾਂ ਉੱਠ ਰਹੀ ਸੀ ਕਿ ਬੁੱਕ ਸੈਲਰ ਖੋਲਣ, ਪਰ ਹੁਣ ਜੋ ਪਟਿਆਲੇ ਦੇ ਵਿੱਚ ਦੇਖਿਆ ਕਿ ਇੱਕ ਬੁੱਕ ਸੈਲਰ ਸੀਗਾ, ਉਹ ਤੋਂ ਕਿੰਨੇ ਹੀ ਕੇਸ ਸਾਹਮਣੇ ਆਏ ਨੇ। ਦੇਖੋ ਰਣਵੀਰ, ਸਭ ਤੋਂ ਪਹਿਲਾਂ ਦੇਖੋ ਸਾਨੂੰ ਆਪਣੀ ਜ਼ਿੰਦਗੀ ਬਚਾਉਣੀ ਜ਼ਰੂਰੀ ਹੈਗੀ ਆ ਜੀ ਸਾਡੇ ਜੀ ਬੱਚਿਆਂ ਦੀ।
ਜੀ। ਮੈਂ ਸੋਚਦਾ ਵੀ ਸਕੂਲ ਜੇ ਇੱਕ ਸਾਲ ਲੇਟ ਵੀ ਹੋ ਜਾਊਗਾ ਤਾਂ ਹੂੰ। ਕਿਹੜਾ ਸਾਰੇ ਬੱਚਿਆਂ ਨੇ ਡਾਕਟਰ ਹੀ ਬਣਨਾ ਜ਼ਿੰਦਗੀ ਦੇ ਵਿੱਚ, ਵੀ ਸਾਡੇ ਜੀ, ਡਾਕਟਰ ਇੰਜੀਨੀਅਰ ਘੱਟ ਜਾਣਗੇ ਮੁਲਕ ਦੇ ਵਿੱਚ, ਠੀਕ ਹੈ ਨਾ। ਜੀ, ਉਹ ਤਾਂ ਜੀ, ਕੁਝ ਕੁ ਲੋਕ ਬਣਦੇ ਨੇ ਜੀ, ਜੀ। ਐਡੀ ਵੱਡੀ ਆਬਾਦੀ ਚੋਂ, ਹੂੰ, 132 ਕਰੋੜ ਚੋਂ ਹੂੰ। ਇਹਨਾਂ ਕੋਲ ਸਾਰੇ 18 ਲੱਖ ਡਾਕਟਰ ਨੇ ਤੇ ਜੀ, ਕਿੰਨੇ ਇੰਜੀਨੀਅਰ ਨੇ। ਜੀ। ਅਸੀਂ ਮਤਲਬ ਪਹਿਲੀ ਜਿਹੜੀ ਅਸੀਂ ਪਹਿਲ ਦਈਏ ਹੂੰ। ਉਹ ਦਈਏ ਆਪਣੀ ਸਿਹਤ ਨੂੰ ਜੀ। ਜੀ, ਮੈਂ ਜੋ ਸੋਚਦਾ, ਜੀ। ਦੇਖੋ ਜੇ ਸਾਡਾ ਘਰ ਦਾ ਗੁਜ਼ਾਰਾ ਹੋਣਾ ਚਾਹੀਦਾ, ਹੂੰ। ਬੱਚੇ ਹੋਰ ਸਰਕਾਰ ਐਵੇਂ ਪਾਸ ਕਰ ਦੂ, ਬਿਨਾਂ ਪੜ੍ਹੇ ਪਾਸ ਕਰ ਦੂ, ਇਹ ਏਡਾ ਕੁ ਮੁੱਦਾ ਨਹੀਂ ਹੈਗਾ ਪੜ੍ਹਾਈ ਵਾਲਾ। ਮੈਂ ਇੱਕ ਗੱਲ ਸੋਚਦਾ ਜੀ, ਜੀ, ਜੀ। 2006 8 ਬਹੁਤ ਮਹੀਨੇ ਸਾਰੇ ਦੀ ਲੋਕ ਕਹਿੰਦੇ ਨੇ ਜੀ ਪੜ੍ਹਾਈ ਦਾ ਬਰਬਾਦ ਹੋ ਰਹੀ ਹੈ, ਸਾਡੇ ਬੱਚੇ ਕਿਵੇਂ ਵੀ ਪੜ੍ਹਨਗੇ, ਸਰਕਾਰ ਬਹੁਤ ਪਾਸ ਕਰ ਖਰਾਬ ਹੋ ਦੂਗੀ 6ਵੀਂ ਵਾਲੇ ਬੱਚੇ ਨੂੰ, ਕੀ ਯਾਰ ਸਮਝ ਹੈ ਜੀ, 7ਵੀਂ ਚ ਹੋ ਜਾਊਗਾ ਤਾਂ ਕੀ ਜੀ, ਫਰਕ ਹੈਗਾ ਜੀ। ਉਹ ਜੀ, ਏਡਾ ਜੀ। ਕੋਈ ਇਸ਼ੂ ਨਹੀਂ ਹੈਗਾ। ਜੇ ਅਸੀਂ ਬਿਲਕੁਲ। ਜਾਣ ਦੀ ਇੱਕ ਪਾਸੇ ਜਾਣ ਦਾ ਇੱਕ ਤੱਕ ਰੱਖ ਲਓ, ਇੱਕ ਪਾਸੇ ਜਾਣ ਜ਼ਰੂਰੀ ਹੈ, ਇੱਕ ਪਾਸੇ 7ਵੀਂ ਤੋਂ 6ਵੀਂ ਤੋਂ 7ਵੀਂ ਤੋਂ ਬੱਚਾ ਤੁਸੀਂ ਟ੍ਰਾਂਸਫਰ ਕਰਨਾ, ਸਰਕਾਰ ਨੇ ਪਾਸ ਕਰਨਾ, ਕਿਹੜੀ ਚੀਜ਼ ਦੀ ਵੈਲਿਊ ਵੱਧ ਹੋਊਗੀ ਜੀ। ਬਿਲਕੁਲ। ਜੇ ਜੇ ਜ਼ਿੰਦਗੀ ਜਾਣਦੀ ਹੋਏਗੀ ਰਹੂਗੀ ਨਾ, ਤਾਂ ਹੀ ਅਸੀਂ ਅੱਗੇ ਵਧਾਂਗੇ ਨਾ। ਹਾਂ ਮੈਂ ਅਸੀਂ ਉਹ ਪੈਸੇ ਵੀ ਪਹਿਲਾਂ ਤਾਂ ਹੀ ਪਹਿਲਾਂ ਕਮਾ ਪਹਿਲਾਂ ਸਕਾਂਗੇ, ਅਸੀਂ ਆਪਣੇ ਬੱਚਿਆਂ ਪਹਿਲਾਂ ਨੂੰ ਵੀ ਤਾਂ ਹੀ ਤਾਂ ਪੜ੍ਹਾ ਸਕਾਂਗੇ। ਜੀ, ਜਿਹੜੀ ਪਹਿਲੀ ਜਿਹੜੀ ਕੋਸ਼ਿਸ਼ ਹੈ ਜੀ, ਉਹ ਹੈਗੀ ਆ ਵੀ ਆਪਣੀ ਜਾਨ, ਜੀ। ਮਨੁੱਖਤਾ ਦੀ ਜਾਨ ਬਚਾਉਣ ਦੀ ਪਹਿਲ ਹੋਣੀ ਚਾਹੀਦੀ ਹੈ। ਹੂੰ। ਪੜ੍ਹਾਈਆਂ ਤਾਂ 6-8 ਮਹੀਨੇ ਲੇਟ ਹੋ ਜਾਣਗੀਆਂ ਜੀ, ਜੀ, ਹੋਰ ਜੀ, ਕੀ ਹੋ ਜੀ। ਸਕਦਾ ਹੈਗਾ। ਤੇ ਬਿਲਕੁਲ। ਮਜਬੂਰੀ ਹੈ, ਇਹ ਕੋਈ ਹਿੰਦੁਸਤਾਨ ਤੇ ਤਾਂ ਹੈ ਨਹੀਂ, ਸਾਰੀ ਦੁਨੀਆ ਦੇ ਉੱਪਰ ਹੈਗਾ ਇਹ ਸੰਕਟ ਜੀ, ਇਹ। ਜੀ, ਜੀ, ਜੀ। ਹਾਂ, ਇਸ ਲਈ ਕੋਈ ਇਹ ਜ਼ਰੂਰੀ ਨਹੀਂ ਹੈ। ਠੀਕ ਹੈ। ਚਲੋ ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਇਹ ਸਿੱਟੇ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ, ਜਿਹੜਾ ਲੋਕਡਾਊਨ ਜਾਂ ਕਰਫਿਊ ਦੇ ਵਿੱਚ ਜਿਹੜੀ ਢਿੱਲ ਦਿੱਤੀ ਜਾ ਰਹੀ ਹੈ, ਵੱਡੇ ਪੱਧਰ ਤੇ ਲੋਕਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ, ਲੋਕਾਂ ਨੂੰ ਅਲਾਓ ਕਰ ਦਿੱਤਾ ਗਿਆ ਕਿ ਉਹ ਆਪਣੀਆਂ ਦੁਕਾਨਦਾਰੀਆਂ ਖੋਲ੍ਹ ਸਕਣਗੇ। ਹਾਲਾਂਕਿ ਇਸ ਦੇ ਸਿੱਟੇ ਕੀ ਨਿਕਲਣਗੇ, ਇਹ ਭਵਿੱਖ ਦੇ ਵਿੱਚ ਪਤਾ ਲੱਗੇਗਾ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ।